ਇਸ ਆਜ਼ਾਦੀ ਦੀ ਗੱਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਕੀਤੀ। ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਗਦਰੀ ਬਾਬੇ ਉਹਨਾਂ ਨੇ ਕੀਤੀ। ਉਹ ਆਜ਼ਾਦੀ ਜਿਹੜੀ ਆ ਇੱਥੇ ਦੇਸ਼ ਵਿੱਚ ਅਜੇ ਨਹੀਂ ਹੈ ਆਈ ਹੈ। ਸਾਡੇ ਸ਼ਾਸਕ ਆਏ ਹੈਗੇ ਆ, ਉਸ ਤੋਂ ਬਾਅਦ 75 ਸਾਲ ਹੋ ਗਏ ਹੈਗੇ। ਉਹ ਸ਼ਾਸਕ ਜਿੰਨੇ ਵੀ ਆ, ਚਾਹੇ ਕੋਈ ਵੀ ਪਾਰਟੀ ਹੈਗੀ ਆ, ਉਹਦੇ ਆਗੂਆਂ ਨੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਹੈਗੀਆਂ। ਆਪਣੇ ਹੀ ਕੁਨਬੇ ਜਿਹੜੇ ਉਹਨਾਂ ਨੇ ਸਾਰੇ ਰਾਜਨੀਤੀ 'ਚ ਇਹ ਜਿਹੜੇ ਪ੍ਰਸ਼ਾਸਨਿਕ ਪੋਸਟਾਂ IAS IPS DC ਵਗੈਰਾ SSP ਵਗੈਰਾ ਹੋਰ ਹੈ SDM ਉੱਥੇ ਆਪਣੇ ਲਾ ਲਏ ਹੈਗੇ। ਉਹਨਾਂ ਨੇ ਵੋਟਰਾਂ ਨੂੰ ਕਿਹਾ ਸੀ ਵੀ ਸਾਨੂੰ ਜਿਹੜੀ ਵੋਟ ਆ ਨਾ ਉਹਨੂੰ ਆਪਣੀ ਲੜਕੀ ਸਮਝਣਾ ਚਾਹੀਦਾ ਹੈ। ਬੇਰੁਜ਼ਗਾਰੀ ਜਿਹੜੀ ਆ ਹਾਲੇ ਤੱਕ ਉਸੇ ਤਰ੍ਹਾਂ ਬਰਕਰਾਰ ਆ। ਸਰਕਾਰਾਂ ਆਉਂਦੀਆਂ ਬਦਲਦੀਆਂ ਵੀ ਆ, ਪਰ ਇਹਦਾ ਹੱਲ ਜਿਹੜਾ ਕੋਈ ਵੀ ਸਰਕਾਰ ਨਹੀਂ ਕੱਢ ਪਾ ਰਹੀ। ਇਹਦੇ ਪਿੱਛੇ ਦਾ ਕੀ ਰੀਜ਼ਨ ਹੈ? ਜੈ ਗੁਰਦੇਵ ਜੈ ਭੀਮ। ਆਜ਼ਾਦ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਰੂ। ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ 15 ਅਗਸਤ ਹਾਲ 'ਚ ਹੀ ਜਿਹੜੀ ਲੰਘ ਕੇ ਗਈ ਹੈ ਤੇ ਆਜ਼ਾਦੀ ਦਿਹਾੜਾ ਬੜਾ ਹੀ ਧੂਮਧਾਮ ਨਾਲ ਜਿਹੜਾ ਮਨਾਇਆ ਗਿਆ। ਪਰ ਬਹੁਤ ਸਾਰੀਆਂ ਘਟਨਾਵਾਂ ਅਜਿਹੀਆਂ ਸਾਹਮਣੇ ਹੈ ਜਿਨ੍ਹਾਂ ਨੂੰ ਦੇਖ ਕੇ ਇਹ ਸੋਚਣ ਲਈ ਹਰ ਕੋਈ ਮਜਬੂਰ ਆ ਕਿ ਜਿਹੜਾ ਸਾਡਾ ਸਮਾਜ ਆ ਕਿ ਉਹ ਸੱਚਮੁੱਚ ਹੀ ਆਜ਼ਾਦ ਹੋਇਆ ਹੈ। ਸੋ ਇਸ ਬਾਬਤ ਅਸੀਂ ਅੱਜ ਗੱਲਬਾਤ ਕਰਾਂਗੇ ਐਡਵੋਕੇਟ SL ਵਿਰਦੀ ਜੀ ਨਾਲ। ਉਹਨਾਂ ਨੂੰ ਪੁੱਛਦੇ ਹਾਂ ਕਿ ਜਿਹੜੀਆਂ ਘਟਨਾਵਾਂ ਜਿਹੜੀਆਂ ਸਾਹਮਣੇ ਆਈਆਂ ਆ ਉਹਨਾਂ ਤੋਂ ਕੀ ਲੱਗਦਾ ਆ ਆਜ਼ਾਦੀ ਦੇ ਬਾਰੇ ਵਿੱਚ ਔਰ ਉਹਨਾਂ ਦਾ ਕੀ ਖਿਆਲ ਆ। ਸਰ, ਪਹਿਲਾਂ ਤਾਂ ਅਸੀਂ ਤੁਹਾਡਾ ਆਜ਼ਾਦ TV ਤੇ ਸਵਾਗਤ ਕਰਦੇ ਹਾਂ ਜੀ। ਧੰਨਵਾਦ ਸਰ, ਜਿਹੜੇ ਹੁਣ ਜੇ ਘਟਨਾਵਾਂ ਜਿਹੜੀਆਂ ਵਾਪਰੀਆਂ 15 ਅਗਸਤ ਮਨਾਇਆ ਗਿਆ, ਪਰ ਮੱਧ ਪ੍ਰਦੇਸ਼ ਦੀ ਗੱਲ ਕਰ ਲਈਏ। ਮੱਧ ਪ੍ਰਦੇਸ਼ ਦੇ ਵਿੱਚ ਇੱਕ ਸਰਪੰਚ ਸੀ, ਦਲਿਤ ਸਰਪੰਚ। ਜਦੋਂ ਉਹਨੇ ਝੰਡਾ ਲਹਿਰਾਇਆ ਤਾਂ ਉਹਦੀ ਜਿਹੜੀ ਆ ਕੁੱਟਮਾਰ ਕੀਤੀ ਗਈ ਉੱਚ ਜਾਤੀ ਦੇ ਲੋਕਾਂ ਵੱਲੋਂ। ਸੋ ਉਹਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਜਿਹੜਾ ਸਮਾਜ ਹੈ ਸਾਡਾ ਸੱਚਮੁੱਚ ਆਜ਼ਾਦ ਹੋਇਆ ਆ, ਜਿਹੜਾ ਆਜ਼ਾਦੀ ਦਿਹਾੜਾ ਮਨਾਇਆ ਜਾ ਰਿਹਾ ਹੈ, ਜਾਂ ਫਿਰ ਕੁਝ ਕੁ ਜਿਹੜੇ ਸਮਾਜ ਹੈ ਉਹੀ ਆਜ਼ਾਦ ਹੋਏ ਨੇ। ਆਪਣੇ ਮੈਡਮ ਜੀ ਜਿਹੜੀ ਗੱਲ ਆਜ਼ਾਦੀ ਦੀ ਆ, ਇਹ ਠੀਕ ਹੈ ਵੀ ਦੇਸ਼ ਜਿਹੜਾ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈਗਾ ਜੀ। ਪਰ ਜਿਸ ਆਜ਼ਾਦੀ ਦੀ ਗੱਲ ਡਾਕਟਰ ਬਾਬਾ ਸਾਹਿਬ ਅੰਬੇਡਕਰ ਨੇ ਕੀਤੀ, ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ, ਗਦਰੀ ਬਾਬੇ ਉਹਨਾਂ ਨੇ ਕੀਤੀ, ਉਹ ਆਜ਼ਾਦੀ ਜਿਹੜੀ ਆ ਇੱਥੇ ਦੇਸ਼ ਵਿੱਚ ਅਜੇ ਨਹੀਂ ਹੈ ਆਈ ਹੈਗੀ ਆ। ਕਾਂਗਰਸ ਪਾਰਟੀ ਨੇ ਇੱਕ ਵਾਰੀ ਇਹਨਾਂ ਦਾ ਲਾਹੌਰ ਦੇ ਵਿੱਚ ਸੰਮੇਲਨ ਹੋਇਆ 1929 'ਚ। ਉਦੋਂ ਰਾਜਧਾਨੀ ਪੰਜਾਬ ਦੀ ਲਾਹੌਰ ਸੀ ਅਤੇ ਉੱਥੇ ਜਦੋਂ ਸੰਮੇਲਨ ਹੋਇਆ ਤਾਂ ਉੱਥੇ ਇਹ ਜਵਾਹਰ ਲਾਲ ਨਹਿਰੂ ਜੀ ਅਤੇ ਹੋਰ ਜਿਹੜੇ ਆਗੂ ਸੀ ਉਹਨਾਂ ਨੇ ਇੱਕ ਮਤਾ ਪਾਸ ਕੀਤਾ ਬਈ ਦੇਸ਼ ਵਾਸੀਓ, ਬਈ ਤੁਸੀਂ ਸਾਨੂੰ ਸਹਿਯੋਗ ਦਿਓ, ਅਸੀਂ ਜਿਹੜਾ ਹੈ ਬਈ ਤੁਹਾਨੂੰ ਅਸਲੀ ਆਜ਼ਾਦੀ ਲੈ ਕੇ ਦਿਆਂਗੇ। ਲੋਕਾਂ ਨੇ ਸਿਰਫ ਸਹਿਯੋਗ ਹੀ ਨਹੀਂ ਦਿੱਤਾ, ਬਲਕਿ ਸ਼ਹੀਦ ਭਗਤ ਸਿੰਘ, ਰਾਜਗੁਰੂ ਸੁਖਦੇਵ ਉਹਨਾਂ ਨੇ ਸ਼ਹੀਦੀਆਂ ਵੀ ਦਿੱਤੀਆਂ। 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਗਿਆ ਅਤੇ ਜਦੋਂ ਭਾਰਤ ਦਾ ਸੰਵਿਧਾਨ ਬਣ ਰਿਹਾ ਸੀ ਤਾਂ ਡਾਕਟਰ ਅੰਬੇਡਕਰ ਨੇ ਇਹ ਗਾਂਧੀ ਜੀ, ਨਹਿਰੂ ਜੀ ਅਤੇ ਹੋਰ ਜਿੰਨੇ ਵੀ ਪਟੇਲ ਜੀ ਸੀਗੇ ਉਹਨਾਂ ਨੂੰ ਕਿਹਾ ਬਈ ਹੁਣ ਦੇਸ਼ ਆਜ਼ਾਦ ਹੋ ਗਿਆ, ਵੀ ਤੁਸੀਂ ਆ ਵਾਅਦਾ ਕੀਤਾ ਸੀ 1929 ਦੇ ਵਿੱਚ ਬਈ ਹੁਣ ਇਹ ਜਿਹੜੀ ਸਮਾਨਤਾ ਦੀ ਤੁਸੀਂ ਗੱਲ ਕੀਤੀ ਸੀ ਵੀ ਨਾ ਕੋਈ, ਉਦੋਂ ਤੁਸੀਂ ਕਿਹਾ ਸੀਗਾ ਵੀ ਨਾ ਕੋਈ ਉੱਚਾ ਹੋਊ, ਨਾ ਨੀਵਾਂ ਹੋਊ, ਨਾ ਗਰੀਬ ਹੋਊ, ਨਾ ਅਮੀਰ ਹੋਊ, ਨਾ ਕੋਈ ਰਾਜਾ ਹੋਊ, ਨਾ ਰੰਕ ਹੋਊ, ਨਾ ਕੋਈ ਲੈਂਡਲੋਰਡ ਹੋਊ, ਨਾ ਕੋਈ ਮਜ਼ਦੂਰ ਮੁਜ਼ਾਹਰਾ ਹੋਊਗਾ। ਬਈ ਹੁਣ ਦੇਸ਼ ਆਜ਼ਾਦ ਹੋਇਆ ਹੈ, ਇਸ ਲਈ ਸਾਰੇ ਲੋਕਾਂ ਨੂੰ ਆਜ਼ਾਦੀ ਦਾ ਨਿੱਘ ਮਿਲੇ। ਆਪਾਂ ਨੂੰ ਦੇਸ਼ ਦੇ ਵਿੱਚ ਸਮਾਨਤਾ ਜਿਹੜੀ ਲਿਆਉਣ ਲਈ ਜਿਹੜੇ ਪੈਦਾਵਾਰ ਦੇ ਸਾਧਨ ਹੈਗੇ ਆ, ਜ਼ਮੀਨ ਹੈ, ਇੰਡਸਟਰੀ ਹੈ, ਵਪਾਰ ਹੈ, ਬੈਂਕਾਂ ਆ, ਬਈ ਇਹਦੇ ਨਾਲ ਜੀਵਨ ਜਿਹੜਾ ਸਮਾਜ ਦਾ ਚੱਲਦਾ ਹੈਗਾ ਅਤੇ ਇਸ ਲਈ ਆਪਾਂ ਇਹਨਾਂ ਨੂੰ ਸਾਂਝੇ ਕਰੀਏ ਔਰ ਸਾਂਝੇ ਕਰਕੇ ਸਾਰੇ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ 50-50 ਪਿੰਡਾਂ ਨੂੰ ਸੈਂਟਰ ਮੰਨ ਕੇ ਉੱਥੇ ਆਪਾਂ ਇੱਕ ਮਿੱਲ ਲਾਈਏ ਅਤੇ ਉੱਥੇ ਸਾਰੇ ਲੋਕਾਂ ਨੂੰ 20-25 ਹਜ਼ਾਰ ਲੋਕਾਂ ਨੂੰ ਕੰਮ ਮਿਲ ਜਾਊਗਾ। ਅਤੇ ਇਸੇ ਤਰ੍ਹਾਂ ਜਿਹੜਾ ਇਹ ਸਾਰੀ ਜ਼ਮੀਨ ਜਿਹੜੀ ਬੰਨਾ ਬੱਟਿਆਂ ਆੜਾਂ 'ਚ ਵੰਡੀ ਪਈ ਹੈਗੀ ਆ ਅਤੇ ਇਹ ਸਾਰੀ ਜ਼ਮੀਨ ਆਪਾਂ ਇਕੱਠੀ ਕਰਕੇ ਇੱਥੇ ਕੋਆਪਰੇਟਿਵ ਫਾਰਮਿੰਗ ਰਸ਼ੀਆ ਵਾਂਗ ਜਿਹੜਾ ਹੈ ਇੱਥੇ ਕਰਾਈਏ ਅਤੇ ਸਾਰੇ ਲੋਕ ਉਹ 20-20 ਹਜ਼ਾਰ ਏਕੜ ਫਾਰਮਾਂ ਦੇ ਉੱਤੇ ਕੰਮ ਕਰਨ ਅਤੇ ਸਾਰਿਆਂ ਨੂੰ ਬਰਾਬਰ ਤਨਖਾਹ ਮਿਲੇ ਤਾਂ ਇਸ ਤਰ੍ਹਾਂ ਸਾਰੇ ਲੋਕ ਜਿਹੜੇ ਆਜ਼ਾਦੀ ਦਾ ਨਿੱਘ ਮਾਣ ਸਕਦੇ ਹੈਗੇ ਆ। ਪਰ ਉਹ ਅਸੀਂ ਦੇਖ ਰਹੇ ਹੈਗੇ ਉਹਨਾਂ ਨੇ ਸੰਵਿਧਾਨ ਦੇ ਵਿੱਚ ਵੀ ਇਹ ਕੋਸ਼ਿਸ਼ ਕੀਤੀ, ਪਰ ਜਿਹੜੇ ਸਾਡੇ ਸ਼ਾਸਕ ਆਏ ਹੈਗੇ ਹੈ
ਉਸ ਤੋਂ ਬਾਅਦ 75 ਸਾਲ ਹੋ ਗਏ ਹੈਗੇ। ਉਹ ਸ਼ਾਸਕ ਜਿੰਨੇ ਵੀ ਆ, ਚਾਹੇ ਕੋਈ ਵੀ ਪਾਰਟੀ ਹੈਗੀ ਆ, ਉਹਦੇ ਆਗੂਆਂ ਨੇ ਆਪਣੀਆਂ ਜਾਇਦਾਦਾਂ ਬਣਾ ਲਈਆਂ ਹੈਗੀਆਂ। ਆਪਣੇ ਹੀ ਕੁਨਬੇ ਜਿਹੜੇ ਉਹਨਾਂ ਨੇ ਸਾਰੇ ਰਾਜਨੀਤੀ 'ਚ ਇਹ ਜਿਹੜੇ ਪ੍ਰਸ਼ਾਸਨਿਕ ਪੋਸਟਾਂ IAS IPS DC ਵਗੈਰਾ SSP ਵਗੈਰਾ ਹੋਰ ਹੈ SDM ਉੱਥੇ ਆਪਣੇ ਲਾ ਲਏ ਹੈਗੇ ਆ। ਇਸ ਕਰਕੇ ਇਹ ਆਜ਼ਾਦੀ ਜਿਹੜੀ ਆ ਅਸਲ ਦੇ ਵਿੱਚ ਲੋਕਾਂ ਨੂੰ ਨਹੀਂ ਮਿਲੀ ਹੈਗੀ। ਚੰਦ ਲੋਕਾਂ ਨੂੰ ਇਹ ਆਜ਼ਾਦੀ ਸਿਰਫ ਮਿਲੀ ਹੈਗੀ ਹੈ। ਤੇ ਹੁਣ ਜਿਹੜੀਆਂ ਅਤਿਆਚਾਰਾਂ ਦੀ ਤੁਸੀਂ ਗੱਲ ਕੀਤੀ ਹੈ ਬਈ 75 ਸਾਲ ਬਾਅਦ ਵੀ ਇਹ ਮੱਧ ਪ੍ਰਦੇਸ਼, ਬਿਹਾਰ, ਉੜੀਸਾ ਵਗੈਰਾ 'ਚ ਅਜੇ ਵੀ ਲੋਕਾਂ ਨੂੰ ਇੱਥੇ ਰਾਸ਼ਟਰੀ ਝੰਡਾ ਨਹੀਂ ਲਹਿਰਾਉਣ ਦਿੱਤਾ ਜਾਂਦਾ ਹੈਗਾ। ਜੇ ਉਹ ਕਰਦੇ ਵੀ ਹੈਗੇ, ਚਾਹੇ ਉਹ ਸਰਪੰਚ ਹੈਗੇ ਜਾਂ ਕੋਈ ਹੋਰ ਕਿਸੇ ਰੁਤਬੇ 'ਤੇ ਹੈਗੇ ਆ, ਪਰ ਉਹ ਜਿਹੜੇ ਉੱਚ ਜਾਤੀ ਲੋਕ ਹੈ ਉਹਨਾਂ ਦੇ ਉੱਤੇ ਅਤਿਆਚਾਰ ਕਰਦੇ ਹੈਗੇ ਆ, ਉਹਨਾਂ ਨੂੰ ਅਪਮਾਨਿਤ ਕਰਦੇ ਹੈਗੇ ਆ। ਅਤੇ ਇਹ ਘਟਨਾਵਾਂ ਅੱਜ ਵੀ ਜਿਹੜੀਆਂ ਪੂਰੇ ਵਰਲਡ ਦੇ ਵਿੱਚ, ਜਿਹੜਾ ਸੰਸਾਰ ਦੇ ਵਿੱਚ ਜਿਹੜਾ ਸਾਡੇ ਆਜ਼ਾਦ ਹੋਣ ਦੇ ਉੱਤੇ ਪ੍ਰਸ਼ਨ ਚਿੰਨ੍ਹ ਲਾਉਂਦੀਆਂ ਹੈਗੀਆਂ ਜੀ। ਹਾਂਜੀ। ਔਰ ਵਿਰਦੀ ਸਾਹਿਬ, ਹੁਣ ਜੇ ਗੱਲ ਕੀਤੀ ਜਾਵੇ ਵੋਟਾਂ ਦੀ, ਤੇ 2022 ਦੀਆਂ ਵੋਟਾਂ ਜਿਹੜੀ ਕਾਫੀ ਨਜ਼ਦੀਕ ਨੇ, ਤੇ ਬਹੁਤ ਸਾਰੀ ਜਿਹੜੀ ਪਾਰਟੀਆਂ ਆ ਉਹ ਕਾਫੀ ਵਾਅਦੇ ਵੀ ਕਰ ਰਹੀਆਂ ਆ ਕਿ ਬਹੁਤ ਕੁਝ ਜਿਹੜਾ ਆ ਫ੍ਰੀ ਦਿੱਤਾ ਜਾਵੇਗਾ। ਪਰ ਤੁਹਾਨੂੰ ਕੀ ਲੱਗਦਾ ਹੈ ਕਿ ਇਹੀ ਰਾਜਨੀਤੀ ਆ, ਜਾਂ ਸਾਡੇ ਜਿਹੜੇ ਰਹਿਬਰ ਸੀ ਜਾਂ ਸਾਡੇ ਜਿਹੜੇ ਬਾਬਾ ਸਾਹਿਬ ਸੀ ਉਹਨਾਂ ਨੇ ਇਸੇ ਰਾਜਨੀਤੀ ਦਾ ਜਾਂ ਸੁਪਨਾ ਦੇਖਿਆ ਸੀ, ਜਾਂ ਇੱਦਾਂ ਦੀ ਰਾਜਨੀਤੀ ਬਾਰੇ ਉਹ ਸੋਚਦੇ ਸੀ? ਨਹੀਂ, ਡਾਕਟਰ ਅੰਬੇਡਕਰ ਦੀ ਜਾਂ ਕਾਂਚੀ ਰਾਮ ਜੀ ਦੀ ਜਿਹੜੀ ਰਾਜਨੀਤੀ ਹੈ, ਜਾਂ ਭਗਤ ਸਿੰਘ ਹੁਣਾਂ ਦੀ ਰਾਜਨੀਤੀ ਹੈ, ਉਹ ਲੋਕਾਂ ਨੂੰ ਅਸਲ ਦੇ ਵਿੱਚ ਜਿਹੜਾ ਹੈ ਖੁਸ਼ਹਾਲ ਕਰਨ ਵਾਲੀ ਔਰ ਆਜ਼ਾਦ ਕਰਨ ਵਾਲੀ, ਔਰ ਦੇਸ਼ ਦੇ ਵਿੱਚ ਜਿਹੜਾ ਅਮੀਰੀ ਗਰੀਬੀ ਅਤੇ ਜਾਤ ਪਾਤ ਦਾ ਪਾੜਾ ਆ ਉਹਨੂੰ ਖ਼ਤਮ ਕਰਨ ਵਾਲੀ ਜਿਹੜੀ ਉਹਨਾਂ ਦੀ ਰਾਜਨੀਤੀ ਸੀ। ਪਰ ਅੱਜ ਜਿਹੜੀਆਂ ਪਾਰਟੀਆਂ, ਹੁਣ ਚਾਹੇ ਅਗਲਾ ਇਲੈਕਸ਼ਨ 'ਚ 22  'ਚ ਆ ਰਿਹਾ ਹੈਗਾ ਪੰਜਾਬ ਦੇ ਵਿੱਚ, ਸਾਰੀਆਂ ਹੀ ਪਾਰਟੀਆਂ ਜਿੰਨੀਆਂ ਵੀ ਆ ਉਹ ਸਿਰਫ ਲੋਕਾਂ ਨੂੰ ਲਾਰੇ ਲਾ ਰਹੀਆਂ ਹੈਗੀਆਂ। ਉਹਨਾਂ ਨੂੰ ਸਾਰੇ ਤਰ੍ਹਾਂ ਦੇ ਵਾਅਦੇ ਕਰ ਰਹੀਆਂ ਹੈਗੀਆਂ। ਪਰ ਇਸ ਪਾਰਟੀਆਂ ਦੇ ਕੋਲ, ਇੱਕ ਦੇ ਕੋਲ ਵੀ ਇਸ ਗੱਲ ਦਾ ਜਵਾਬ ਨਹੀਂ ਹੈ ਬਈ ਜਿਹੜੀਆਂ ਤੁਸੀਂ ਗੱਲਾਂ ਕਰ ਰਹੇ ਵੀ ਅਸੀਂ ਆਟਾ ਦਾਣਾ ਇੱਦਾਂ ਦਿਆਂਗੇ, ਬਿਜਲੀ ਇੱਦਾਂ ਦਿਆਂਗੇ, ਹੋਰ ਸਹੂਲਤਾਂ ਇੱਦਾਂ ਦਿਆਂਗੇ, ਬਈ ਇਹ ਜਿਹੜੀ ਆ ਇਹਦੇ ਸਾਧਨ ਕਿੱਥੋਂ ਲੈਣੇ ਹੈਗੇ ਆ, ਇਹ ਪੈਸਾ ਕਿੱਥੋਂ ਲੈਣਾ ਹੈਗਾ, ਇਹ ਕੋਈ ਨਹੀਂ ਦੱਸ ਰਹੇ ਹੈਗੇ। ਇਹ ਸਿਰਫ ਉਹਨਾਂ ਨੇ ਲੋਕਾਂ ਨੂੰ ਵਰਗਲਾ ਰਹੇ ਹੈਗੇ। ਸਾਰੀਆਂ ਪਾਰਟੀਆਂ ਵਰਗਲਾ ਕੇ ਉਹਨਾਂ ਦੀਆਂ ਵੋਟਾਂ ਬਟੋਰ ਕੇ ਇਹ ਜਿਹੜਾ ਸੱਤਾ ਦੇ ਉੱਤੇ ਕਾਬਜ ਹੋ ਕੇ ਮੁੜ ਕੇ ਜੋ ਪਹਿਲਾਂ ਇਹਨਾਂ ਨੇ ਆਪਣੇ ਕੁਨਬੇ ਪਾਲੇ ਹੈਗੇ ਆ ਉਹਨਾਂ ਨੂੰ ਪਾਲਣਾ ਚਾਹੁੰਦੇ ਹੈਗੇ ਆ। ਇਸ ਕਰਕੇ ਕੋਈ ਪਰਿਵਰਤਨ ਆਉਂਦਾ ਨਹੀਂ ਨਜ਼ਰ ਆ ਰਿਹਾ। ਪਰ ਜਿੰਨੇ ਵੀ ਇਹ ਪੰਜਾਬ ਦੇ ਵਿੱਚ ਪ੍ਰਗਤੀਸ਼ੀਲ ਲੋਕ ਆ, ਜਿਹੜੇ ਸਮਾਜਵਾਦੀ ਲੋਕ ਆ, ਜਿਹੜੇ ਅਗਾਂਹ ਵਧੂ ਲੋਕ ਹੈਗੇ ਆ, ਉਹਨਾਂ ਨੂੰ ਇਹ ਜਿਹੜੀਆਂ ਰਵਾਇਤੀ ਪਾਰਟੀਆਂ ਹੈਗੀਆਂ, ਜਿਹੜੇ ਨਾਅਰਿਆਂ ਦੇ ਨਾਲ ਲੋਕਾਂ ਨੂੰ ਬਦਲਾ ਕੇ ਸੱਤਾ 'ਚ ਆ ਜਾਂਦੀਆਂ ਹੈਗੀਆਂ, ਉਹਨਾਂ ਨੂੰ ਪਰੇ ਕਰਨ ਦੇ ਲਈ ਇਕੱਠੇ ਹੋ ਕੇ ਜਿਹੜਾ ਤੀਜਾ ਜਿਹੜਾ ਕੋਈ ਫਰੰਟ ਜਿਹੜਾ ਹੈ ਉਹ ਬਣਾਉਣਾ ਚਾਹੀਦਾ ਹੈਗਾ, ਤਾਂ ਜੋ ਲੋਕਾਂ ਨੂੰ ਆਜ਼ਾਦੀ ਦਾ ਅਸਲੀ ਨਿੱਘ ਮਿਲ ਸਕੇ। ਵਿਰਦੀ ਸਾਹਿਬ, ਸਾਡੇ ਜਿਹੜੇ ਸਮਾਜ ਦੇ ਲੋਕ ਆ ਉਹਨਾਂ ਨੂੰ ਬਾਬਾ ਸਾਹਿਬ ਨੇ ਇੱਕ ਬਹੁਤ ਹੀ ਵੱਡਾ ਜਿਹੜਾ ਸੀਗਾ ਅਧਿਕਾਰ ਦਿਵਾ ਕੀਤਾ ਸੀ, ਉਹ ਸੀ ਵੋਟ ਦਾ ਅਧਿਕਾਰ। ਸੋ ਵੋਟ ਦਾ ਅਧਿਕਾਰ, ਅੱਜ ਜੇ ਵੋਟ ਦੀ ਗੱਲ ਕੀਤੀ ਜਾਵੇ ਤਾਂ ਵੋਟ ਜਿਹੜੀ ਆ ਪੈਸਿਆਂ ਲਈ ਵੇਚ ਦਿੱਤੀ ਜਾਂਦੀ ਆ, ਇੱਕ ਸ਼ਰਾਬ ਦੀ ਬੋਤਲ ਲਈ ਵੇਚ ਦਿੱਤੀ ਜਾਂਦੀ ਆ। ਤੁਸੀਂ ਕੀ ਕਹਿਣਾ ਚਾਹੁੰਦੇ ਸਾਡੇ ਸਮਾਜ ਦੇ ਲੋਕਾਂ ਨੂੰ, ਔਰ ਹਰ ਇੱਕ ਉਸ ਇਨਸਾਨ ਨੂੰ ਜਿਹੜਾ ਵੋਟ ਪਾਉਂਦਾ ਆ, ਕਿ ਵੋਟ ਪਾਉਣ ਤੋਂ ਪਹਿਲਾਂ ਕੀ ਗੱਲਾਂ ਜਿਹੜੀਆਂ ਆ ਆਪਣੇ ਦਿਮਾਗ ਵਿੱਚ ਰੱਖਣੀਆਂ ਚਾਹੀਦੀਆਂ? ਮੈਡਮ ਜੀ, ਜਿਸ ਵੇਲੇ ਇਹ ਸੰਵਿਧਾਨ ਬਣ ਰਿਹਾ ਸੀਗਾ, ਉਸ ਤੋਂ ਪਹਿਲਾਂ ਵੀ ਇਹ ਸਵਾਲ ਖੜਾ ਹੋਇਆ ਵੀ ਵੋਟ ਦਾ ਅਧਿਕਾਰ ਕਿਹਨੂੰ ਦਿੱਤਾ ਜਾਏ। ਗਾਂਧੀ ਜੀ ਕਹਿੰਦੇ ਸੀਗੇ ਵੀ ਜਿਹੜਾ 10 ਖੇਤ ਜਿਹਦੀ ਹੈਗੀ ਆ ਉਹਨੂੰ ਵੋਟ ਦੇ ਦਿਓ, ਜਾਂ ਜਿਹਦੀ 10,000 ਦੀ ਜਾਇਦਾਦ ਹੈਗੀ ਉਸ ਵੇਲੇ ਉਹਨੂੰ ਦੇ ਦਿਓ, ਜਾਂ ਜਿਹੜਾ 10 ਜਮਾਤਾਂ ਪੜ੍ਹਿਆ ਹੈਗਾ ਉਹਨੂੰ ਵੋਟ ਦਾ ਅਧਿਕਾਰ ਦੇ ਦਿਓ। ਪਰ ਡਾਕਟਰ ਅੰਬੇਡਕਰ ਨੇ ਕਿਹਾ ਵੀ ਮੇਰੇ ਲੋਕਾਂ ਦੇ ਪਾਸ ਤਾਂ 1 ਇੰਚ ਵੀ ਜ਼ਮੀਨ ਨਹੀਂ, ਤੁਸੀਂ ਤਾਂ ਕਾਨੂੰਨ ਬਣਾਏ ਹੋਏ ਹੈਗੇ ਆ ਵੀ ਸਾਡੇ ਨਾਂ 'ਤੇ ਕੋਈ ਵੀ ਜ਼ਮੀਨ ਹੋ ਹੀ ਨਹੀਂ ਸਕਦੀ ਹੈਗੀ। ਬਈ ਇਸ ਲਈ ਜਿਹੜੀ ਨਾ ਜਦ ਸਾਨੂੰ ਕੋਈ ਦਿੰਦਾ ਹੀ ਨਹੀਂ, ਮਜ਼ਦੂਰੀ ਨਹੀਂ ਦਿੰਦਾ, ਤਾਂ ਅਸੀਂ ਕਿੱਥੋਂ ਜਿਹੜੀਆਂ ਜ਼ਮੀਨਾਂ ਖਰੀਦਣੀਆਂ ਹੈਗੀਆਂ, ਕਿੱਥੋਂ ਸਾਡੇ ਕੋਲ ਆਮਦਨ ਹੋਣੀ ਹੈਗੀ ਹੈ, ਕਿੱਥੋਂ ਅਸੀਂ ਇਨਕਮ ਟੈਕਸ ਦੇਣਾ ਹੈਗਾ, ਅਤੇ ਕਿੱਥੋਂ ਅਸੀਂ ਵਪਾਰ ਕਰਨਾ ਹੈਗਾ। ਬਈ ਇਸ ਲਈ ਉਹਨਾਂ ਨੇ ਕਿਹਾ ਵੀ ਹਰ ਇੱਕ ਨਾਗਰਿਕ ਜਿਹੜਾ ਆ, ਚਾਹੇ ਉਹ ਔਰਤ ਹੈਗੀ ਆ, ਚਾਹੇ ਮਜ਼ਦੂਰ ਗਰੀਬ ਹੈਗੇ, ਉਹਨਾਂ ਸਾਰਿਆਂ ਨੂੰ ਵੋਟ ਦਾ ਅਧਿਕਾਰ ਮਿਲਣਾ ਚਾਹੀਦਾ ਹੈਗਾ। ਔਰ ਅੰਗਰੇਜ਼ ਸਰਕਾਰ ਨੇ ਉਹਨਾਂ ਦੀ ਇਹ ਗੱਲ ਮੰਨੀ। ਪਰ ਉਹਨੇ ਇਹ ਵੀ ਗੱਲ ਕਹੀ ਬਈ ਜਿਹੜਾ 15 ਅਗਸਤ 1947 ਨੂੰ ਦੇਸ਼ ਆਜ਼ਾਦ ਹੋ ਜਾਣਾ ਹੈਗਾ ਆ, ਪਰ ਹੁਣ ਜਿਹੜਾ 26 ਜਨਵਰੀ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਹੋਣਾ ਹੈਗਾ। ਪਰ ਇਹ 26 ਜਨਵਰੀ 1950 ਤੋਂ ਬਾਅਦ ਜਦੋਂ ਸੰਵਿਧਾਨ ਨੇ ਲਾਗੂ ਹੋ ਜਾਣਾ ਹੈਗਾ, ਤਾਂ ਇਹ ਦੇਸ਼ ਦੇ ਵਿੱਚ 3 ਗੱਲਾਂ ਨਹੀਂ ਹੋਣੀਆਂ ਹੈਗੀਆਂ।
ਪਹਿਲੀ ਗੱਲ ਤਾਂ ਇਹ ਆ ਵੀ ਅੱਜ ਤੱਕ ਜਿੰਨੇ ਵੀ ਰਾਜ ਬਦਲੇ ਆ ਪਹਿਲਾਂ ਉਹ ਤਲਵਾਰਾਂ ਨਾਲ ਬੰਦੂਕਾਂ ਨਾਲ ਬਦਲੇ ਗਏ ਹੈਗੇ ਆ। ਪਰ 26 ਜਨਵਰੀ 50 ਤੋਂ ਬਾਅਦ ਜਦੋਂ ਸੰਵਿਧਾਨ ਨੇ ਲਾਗੂ ਹੋਣਾ ਹੈਗਾ, ਇਹ ਜਿਹੜਾ ਰਾਜ ਹੈ ਇੱਥੇ ਉਹ ਵੋਟ ਨਾਲ ਬਦਲਿਆ ਜਾਣਾ ਹੈਗਾ, ਬੈਲਟ ਨਾਲ ਬਦਲਿਆ ਜਾਣਾ, ਬੁਲਟ ਨਾਲ ਨਹੀਂ ਬਦਲਿਆ ਜਾਣਾ ਹੈਗਾ ਆ। ਪਹਿਲੀ ਗੱਲ ਤਾਂ ਉਹਨਾਂ ਨੇ ਇਹ ਕਹੀ। ਦੂਜੀ ਉਹਨਾਂ ਨੇ ਕਿਹਾ ਵੀ ਗਾਂਧੀਵਾਦ ਇਹ ਦੇਸ਼ ਦੇ ਵਿੱਚ ਨਹੀਂ ਚੱਲ ਸਕਣਾ ਹੈਗਾ, ਕਿਉਂਕਿ ਪਹਿਲਾਂ ਗਾਂਧੀਵਾਦ ਇਹ ਸੀਗਾ ਬਈ ਮੁਸਲਮਾਨ, ਹਿੰਦੂ, ਸਿੱਖ ਸਾਰੇ ਉਹਨੇ ਇਕੱਠੇ ਕਰਕੇ ਕਿਹਾ ਵੀ ਅੰਗਰੇਜ਼ ਕੱਢਣੇ ਆ। ਉਹ ਹੁਣ ਅੰਗਰੇਜ਼ ਚਲੇ ਗਏ ਹੈਗੇ ਆ ਤੇ ਹੁਣ ਕਿਹਨੂੰ ਇੱਥੋਂ ਕੱਢਣਾ ਹੈਗਾ, ਇਸ ਕਰਕੇ ਗਾਂਧੀਵਾਦ ਦੀ ਵੀ ਗੱਲ ਖਤਮ ਹੋ ਜਾਣੀ ਹੈਗੀ ਆ। ਤੇ ਤੀਸਰਾ ਉਹਨਾਂ ਨੇ ਕਿਹਾ ਵੀ ਇਹ ਦੇਸ਼ ਦੇ ਵਿੱਚ ਕੋਈ ਵੀ ਜਿਹੜੀ ਪਾਰਟੀ ਹੈ ਜੇ ਉਹ ਜਾਤ ਜਾਂ ਮਜ਼ਹਬ ਆਧਾਰ ਦੇ ਉੱਤੇ ਉੱਠੂਗੀ ਤਾਂ ਉਹ ਸਫਲ ਨਹੀਂ ਹੋਊਗੀ। ਤੇ ਇਸ ਕਰਕੇ ਉਹਨਾਂ ਨੇ ਕਿਹਾ ਵੀ ਜਿਹੜਾ ਵੋਟਰ ਹੈ ਬਈ ਅੱਗੇ ਤਾਂ ਰਾਜਾ ਜਿਹੜਾ ਬੱਚਾ ਸੀ ਨਾ, ਉਹ ਰਾਜਾ ਸੀਗਾ, ਉਹ ਰਾਣੀ ਦੇ ਪੇਟੋਂ ਜੰਮਦਾ ਸੀਗਾ। ਪਰ ਮੈਂ ਇਹ ਜਿਹੜੀ ਵਿਵਸਥਾ ਸੀਗੀ ਰਾਜਾਸ਼ਾਹੀ ਵਾਲੀ ਪਿਛਲੀ ਹਜ਼ਾਰਾਂ ਸਾਲਾਂ ਤੋਂ ਚੱਲੀ ਆ ਰਹੀ ਹੈਗੀ ਆ, ਮੈਂ ਉਹਨੂੰ ਖਤਮ ਕਰ ਦਿੱਤਾ ਹੈਗਾ। ਹੁਣ ਜਿਹੜੀ ਵੋਟ ਦੀ ਵਿਵਸਥਾ ਇੱਥੇ ਹੈਗੀ ਆ ਤੇ ਲੋਕਾਂ ਨੇ ਜੇ ਵੋਟ ਜਿਹੜੀ ਚੰਗੇ ਉਮੀਦਵਾਰ ਨੂੰ ਪਾਉਣੀ ਹੈ ਬਿਨਾਂ ਲਾਲਚ ਤੋਂ, ਬਿਨਾਂ ਕਿਸੇ ਭੈ ਤੋਂ ਜਾਂ ਬਿਨਾਂ ਕਿਸੇ ਤਰ੍ਹਾਂ ਦੇ ਕੋਈ ਫਾਇਦੇ ਲੈਣ ਤੋਂ, ਤੇ ਉਹ ਚੰਗੇ ਉਮੀਦਵਾਰ ਆਉਣਗੇ। ਜੇ ਚੰਗੇ ਆਉਣਗੇ ਤਾਂ ਉਹ ਵਿਧਾਨ ਸਭਾਵਾਂ ਤੇ ਪਾਰਲੀਮੈਂਟਾਂ ਦੇ ਵਿੱਚ ਜਾ ਕੇ ਚੰਗੇ ਕਾਨੂੰਨ ਬਣਾਉਣਗੇ ਜਿਨ੍ਹਾਂ ਨਾਲ ਜਿਹੜਾ ਦੇਸ਼ ਖੁਸ਼ਹਾਲ ਹੋਊਗਾ। ਰੂਪ ਜੀ, ਜਿਹੜੀ ਵੋਟ ਦੀ ਗੱਲ ਹੈ, ਵੋਟ ਦੇ ਬਾਰੇ 'ਚ ਬਾਬਾ ਸਾਹਿਬ ਡਾਕਟਰ ਅੰਬੇਡਕਰ ਨੇ ਇੱਕ ਵਾਰ ਬਹੁਤ ਹੀ ਅੱਛਾ ਸੁਝਾਅ ਦਿੱਤਾ। ਉਹਨਾਂ ਨੇ ਵੋਟਰਾਂ ਨੂੰ ਕਿਹਾ ਸੀ ਵੀ ਸਾਨੂੰ ਜਿਹੜੀ ਵੋਟ ਆ ਨਾ, ਉਹਨੂੰ ਆਪਣੀ ਲੜਕੀ ਸਮਝਣਾ ਚਾਹੀਦਾ ਹੈ। ਜਿਸ ਤਰ੍ਹਾਂ ਆਪਾਂ ਲੜਕੀ ਦਾ ਅੱਗੇ ਰਿਸ਼ਤਾ ਕਰਨ ਵਾਸਤੇ ਪੂਰੀ ਉਸ ਪਰਿਵਾਰ ਦੀ, ਸਾਰੇ ਖਾਨਦਾਨ ਦੀ ਛਾਣਬੀਣ ਕਰਦੇ ਹਾਂ ਵੀ ਤਾਂ ਜੋ ਸਾਡੀ ਲੜਕੀ ਜਿਹੜੀ ਅੱਗੇ ਜਾ ਕੇ ਸੁਖੀ ਵਸੇ, ਵੀ ਇਸੇ ਤਰ੍ਹਾਂ ਵੋਟ ਨੂੰ ਵੀ ਜੇ ਸਾਡਾ ਵੋਟਰ ਜਿਹੜਾ ਆਪਣੀ ਲੜਕੀ ਸਮਝੇਗਾ ਔਰ ਸਮਝ ਕੇ ਸਾਰੀ ਛਾਣਬੀਣ ਕਰਕੇ ਵੀ ਕਿਹੜੀ ਪਾਰਟੀ ਲਾਰੇ ਲਾ ਰਹੀ ਹੈ, ਕਿਹੜੀ ਪਾਰਟੀ ਸਾਨੂੰ ਵਰਗਲਾ ਰਹੀ ਹੈਗੀ ਆ, ਕਿਹੜੀ ਪਾਰਟੀ ਅਸਲ ਦੇ ਵਿੱਚ ਸਾਨੂੰ ਜਿਹੜੀ ਆਜ਼ਾਦੀ, ਸਮਾਨਤਾ, ਭਾਈਚਾਰਾ ਤੇ ਨਿਆਂ ਦਵਾ ਸਕਦੀ ਹੈਗੀ ਆ, ਬਈ ਉਹਨੂੰ ਜਿਹੜਾ ਵੋਟ ਉਹਨੂੰ ਇਹ ਪਾਉਣੀ ਚਾਹੀਦੀ ਹੈਗੀ ਆ। ਵਿਰਦੀ ਸਾਹਿਬ, ਸਾਡੇ ਜਿਹੜਾ ਦੇਸ਼ ਆ ਉਹਦੇ ਵਿੱਚ ਬੇਰੁਜ਼ਗਾਰੀ ਜਿਹੜੀ ਆ ਹਾਲੇ ਤੱਕ ਉਸੇ ਤਰ੍ਹਾਂ ਬਰਕਰਾਰ ਆ। ਸਰਕਾਰਾਂ ਆਉਂਦੀਆਂ ਬਦਲਦੀਆਂ ਵੀ ਆ, ਪਰ ਇਹਦਾ ਹੱਲ ਜਿਹੜਾ ਕੋਈ ਵੀ ਸਰਕਾਰ ਨਹੀਂ ਕੱਢ ਪਾ ਰਹੀ। ਇਹਦੇ ਪਿੱਛੇ ਦਾ ਕੀ ਰੀਜ਼ਨ ਆ? ਇਹਦਾ ਰੀਜਨ ਇਹੋ ਹੀ ਆ, ਬਾਬਾ ਸਾਹਿਬ ਡਾਕਟਰ ਅੰਬੇਡਕਰ ਜਿਸ ਵੇਲੇ ਸੰਵਿਧਾਨ ਬਣਾ ਰਹੇ ਸੀ, ਉਹਨਾਂ ਨੇ ਕਿਹਾ ਬਈ ਜਿਹੜੀ ਵਿੱਦਿਆ ਹੈ ਨਾ, ਬਈ ਉਹ ਕਿੱਤਾ ਆਧਾਰਿਤ ਦੇਣੀ ਚਾਹੀਦੀ ਹੈਗੀ ਆ। ਬਈ ਜਿਹੜੀ ਇੱਥੇ ਆਰਟਸ ਦੀ ਇਕੱਲੇ ਦੀ ਦਿੱਤੀ ਜਾ ਰਹੀ ਹੈ, ਇਹਨਾਂ ਸਾਰੇ ਕਲਰਕ ਨਹੀਂ ਲਾਏ ਜਾ ਸਕਦੇ ਹੈਗੇ। ਬਈ ਤੁਸੀਂ ਕਿੱਤਾ ਆਧਾਰਿਤ ਜਿਹੜੀ ਆ ਵਿੱਦਿਆ ਦਿਓ, ਉਦਯੋਗਿਕ ਆਧਾਰਿਤ ਦਿਓ, ਖੇਤੀ ਵੀ ਉਦਯੋਗਿਕ ਆਧਾਰਿਤ ਕਰੋ। ਬਈ ਉਹਦੇ ਨਾਲ ਲੋਕਾਂ ਨੂੰ ਜਿੱਦਾਂ ਹੁਣ ਫਾਰਮ ਬਣਾਉਣ ਵੱਡੇ ਤਾਂ ਲੋਕਾਂ ਨੂੰ ਕੰਮ ਮਿਲੂਗਾ, ਬੇਰੁਜ਼ਗਾਰੀ ਨਹੀਂ ਰਹੂਗੀ। ਮਿੱਲਾਂ ਲਾਉਣ, ਲੋਕਾਂ ਨੂੰ ਰੁਜ਼ਗਾਰ ਮਿਲੇਗਾ, ਬੇਰੁਜ਼ਗਾਰੀ ਨਹੀਂ ਰਹੂਗੀ। ਤੇ ਉਹਨਾਂ ਨੇ ਇਹ ਸਾਰੀਆਂ ਜਿਹੜੇ ਸਿਧਾਂਤ ਸੀਗੇ ਬੇਰੁਜ਼ਗਾਰੀ ਨੂੰ ਖਤਮ ਕਰਨ ਦੇ ਦਿੱਤੇ। ਫਿਰ ਉਹਨੇ ਇਹ ਵੀ ਕਿਹਾ, ਉਹਨੇ ਸੰਵਿਧਾਨ ਦੇ ਵਿੱਚ ਵੀ ਇਹ ਕਿਹਾ ਬਈ ਇਹ ਜੇ ਅਸੀਂ ਸਾਰੇ ਲੋਕਾਂ ਨੂੰ ਨਹੀਂ ਕੰਮ ਦਿੰਦੇ ਹੈਗੇ ਤਾਂ ਸਰਕਾਰ ਦੀ ਜ਼ਿੰਮੇਵਾਰੀ ਹੈਗੀ ਆ ਬਈ ਜਿਹੜਾ ਵੀ ਕੁਆਲੀਫਾਈਡ ਨੌਜਵਾਨ ਹੈਗਾ, ਬਈ ਉਸ ਵੇਲੇ ਮੈਟ੍ਰਿਕ ਸੀਗਾ, BA, ਤੇ ਉਹ ਜਾਂ ਹੋਰ ਜਿਹੜੀਆਂ BT ਵਗੈਰਾ ਹੁਣ ਸਾਰੀਆਂ ਡਿਗਰੀਆਂ ਨਵੀਆਂ ਆਈਆਂ ਹੈਗੀਆਂ, ਬਈ ਜਾਂ ਤਾਂ ਸਰਕਾਰ ਉਹਨਾਂ ਨੂੰ ਨੌਕਰੀ ਦੇਵੇ, ਜੇ ਨੌਕਰੀ ਨਹੀਂ ਤਾਂ ਜਿਉਣ ਜੋਗਾ ਜਿਹੜਾ ਉਹਨਾਂ ਨੂੰ ਰੁਜ਼ਗਾਰ ਭੱਤਾ ਦੇਵੇ। ਜਿੱਦਾਂ ਉਸ ਵੇਲੇ 3000 ਰੁਪਈਆ ਅੱਜ ਬਹੁਤ ਬਣਦਾ ਹੈਗਾ। ਤੇ ਉਹਨਾਂ ਨੇ ਇਸ ਕਰਕੇ ਬੇਰੁਜ਼ਗਾਰੀ ਨੂੰ ਖਤਮ ਕਰਨ ਲਈ ਇਹੋ ਕਿਹਾ ਬਈ ਵੱਡੀਆਂ ਮਿੱਲਾਂ ਲਾਓ, ਜ਼ਮੀਨ ਦੇ ਵੱਡੇ ਫਾਰਮ ਬਣਾਓ, ਬੈਂਕਾਂ ਜਿਹੜੀਆਂ ਕੌਮੀ ਕਰੋ। ਕਿਉਂਕਿ ਡਾਕਟਰ ਅੰਬੇਡਕਰ ਤੋਂ ਪਹਿਲਾਂ ਜਿਹੜੀਆਂ ਬੈਂਕਾਂ ਜਿਹੜੀਆਂ 563 ਰਾਜੇ ਜਿਹੜੇ ਆ ਸਿਰਫ ਉਹਨਾਂ ਦੀਆਂ ਸੀਗੀਆਂ, ਤੇ ਉਹ ਆਪਣੇ ਜਿਹੜੇ ਰਿਸ਼ਤੇਦਾਰ ਕੋਨਵੇ ਦੇ ਬੰਦਿਆਂ ਨੂੰ ਬੈਂਕਾਂ 'ਚ ਲਾ ਲੈਂਦੇ ਸੀ। ਇਹ ਜਿਹੜਾ ਦਲਿਤ ਸ਼ੋਸ਼ਿਤ ਮਜ਼ਦੂਰ ਸਮਾਜ ਹੈ, ਇਹਨਾਂ ਵਿੱਚੋਂ ਕਦੇ ਕੋਈ ਬੈਂਕਾਂ ਦੇ ਵਿੱਚ ਚਪੜਾਸੀ ਵੀ ਨਹੀਂ ਲਾਉਂਦੇ ਸੀ। ਪਰ ਡਾਕਟਰ ਅੰਬੇਡਕਰ ਨੇ ਇਹ ਜਿਹੜਾ ਦਿੱਤਾ ਸੀ ਤੇ ਉਹਨੂੰ ਅੱਗੇ ਜਾ ਕੇ ਰਿਪਬਲਿਕਨ ਪਾਰਟੀ ਨੇ ਇੱਕ 64 'ਚ ਮੋਰਚਾ ਲਾਇਆ ਸੀ। ਉਸ ਮੋਰਚੇ ਦੇ ਵਿੱਚ ਇਹ ਬਹੁਤ ਸਾਰੀਆਂ ਗੱਲਾਂ ਹੀ ਬੇਰੁਜ਼ਗਾਰੀ ਨੂੰ ਖਤਮ ਕਰਨ ਵਾਲੀਆਂ ਜਿਹੜੀਆਂ ਉਹ ਹੋਈਆਂ, ਤੇ ਬੈਂਕਾਂ ਵੀ ਕੌਮੀ ਹੋਈਆਂ, ਤੇ ਜਿਹਦੇ ਨਾਲ ਇਕੱਲੇ ਦਲਿਤ ਸ਼ੋਸ਼ਿਤ ਸਮਾਜ ਦੇ ਵਿੱਚੋਂ ਹੀ ਜਿਹੜਾ 3,74,000 ਬੰਦੇ ਨੂੰ ਬੈਂਕਾਂ 'ਚ ਨੌਕਰੀ ਦਲਿਤ ਸ਼ੋਸ਼ਿਤ ਸਮਾਜ ਨੂੰ ਮਿਲੀ ਹੈ। ਸੋ ਅੱਜ ਕਾਫੀ ਗੱਲਾਂ ਜਿਹੜੀਆਂ ਆ ਉਹ ਜਾਣਨ ਨੂੰ ਮਿਲੀਆਂ
ਔਰ ਖਾਸ ਤੌਰ ਤੇ ਜਿਹੜੇ ਵੋਟ ਦਾ ਅਧਿਕਾਰ ਆ ਉਹਦੇ ਉਸ ਅਧਿਕਾਰ ਦਾ ਕਿਵੇਂ ਇਸਤੇਮਾਲ ਕਰਨਾ ਚਾਹੀਦਾ, ਉਹ ਸਾਨੂੰ ਜਿਹੜੇ ਆ ਵਿਰਦੀ ਸਾਹਿਬ ਨੇ ਦੱਸਿਆ। ਤੇ ਵਿਰਦੀ ਸਾਹਿਬ, ਸਾਡੇ ਲਈ ਤੁਸੀਂ ਸਮਾਂ ਕੱਢਿਆ ਕੀਮਤੀ ਤੇ ਸਾਡੇ ਨਾਲ ਗੱਲਬਾਤ ਕੀਤੀ, ਬਹੁਤ ਸਾਰੀਆਂ ਜਿਹੜੀਆਂ ਚੀਜ਼ਾਂ ਜਿਹੜੀਆਂ ਆ ਸਾਡੇ ਸਮਾਜ ਦੇ ਲੋਕਾਂ ਨੂੰ ਦੱਸੀਆਂ, ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਰੂਪ ਜੀ, ਮੈਂ ਵੀ ਆਜ਼ਾਦ ਟੀਵੀ ਦਾ ਬਹੁਤ ਬਹੁਤ ਧੰਨਵਾਦ ਕਰਦਾ, ਜਿਨ੍ਹਾਂ ਨੇ ਡਾਕਟਰ ਬਾਬਾ ਸਾਹਿਬ ਅੰਬੇਡਕਰ ਦਾ ਫਲਸਫਾ, ਕਾਂਚੀ ਰਾਮ ਜੀ ਦਾ ਸਾਰਾ ਅੰਦੋਲਨ ਜੋ ਹੈ ਬਈ ਉਹ ਵਿਚਾਰ ਜਿੱਦਾਂ ਦਾ ਰਾਜ ਉਹ ਸਮਾਜ ਚਾਹੁੰਦੇ ਹੈਗੇ ਆ, ਉਹਨੂੰ ਲੋਕਾਂ ਤੱਕ ਪਹੁੰਚਾਉਣ ਲਈ ਇਹ ਬਹੁਤ ਵਧੀਆ ਉਪਰਾਲਾ ਕੀਤਾ। ਇਸ ਲਈ ਆਜ਼ਾਦ ਟੀਵੀ ਤੇ ਉਹਦੇ ਸਰੋਤਿਆਂ ਦਾ ਮੈਂ ਆਪਣੇ ਨੂੰ ਬਹੁਤ ਬਹੁਤ ਧੰਨਵਾਦ ਕਰਦਾ। ਵੋਟਾਂ ਆ ਰਹੀਆਂ ਆ ਤੇ ਸਾਡੇ ਹੱਥ ਹੀ ਆ ਕਿ ਅਸੀਂ ਆਪਣੇ ਸਮਾਜ ਨੂੰ ਜਿਹੜਾ ਕਿੱਦਾਂ ਅੱਗੇ ਲੈ ਕੇ ਆਉਣਾ ਆ, ਤੇ ਸਾਡੇ ਸਮਾਜ ਦੇ ਜਿਹੜੇ ਹੱਕ ਆ ਉਹ ਕਿੱਦਾਂ ਅਸੀਂ ਆਪਣੇ ਜਿਹੜੇ ਪਾਉਣੇ ਆ ਉਹ ਹੱਕ, ਉਹ ਸਾਡੇ ਹੱਥ 'ਚ, ਕਿਉਂਕਿ ਵੋਟ ਸਾਡੇ ਹੱਥ 'ਚ ਆ। ਸੋ ਆਜ਼ਾਦ ਟੀਵੀ ਵੀ ਇਹੀ ਅਪੀਲ ਕਰਦਾ ਆ ਕਿ ਸਾਡੇ ਸਮਾਜ ਦੇ ਲੋਕ ਜਿਹੜੇ ਨੇ ਉਹ ਆਪਣੀ ਵੋਟ ਦਾ ਜਿਹੜਾ ਇਸਤੇਮਾਲ ਆ ਉਹ ਸਹੀ ਤਰੀਕੇ ਨਾਲ ਕਰਨ, ਤੇ ਇੱਕ ਅਜਿਹੇ ਨੁਮਾਇੰਦੇ ਜਿਹੜੇ ਆ ਉਹ ਲੈ ਕੇ ਆਉਣ ਜਿਹੜੇ ਸਾਡੇ ਸਮਾਜ ਦੇ ਬਾਰੇ ਸੋਚਣ ਤੇ ਸਾਡੇ ਸਮਾਜ ਨੂੰ ਅੱਗੇ ਲੈ ਕੇ ਆਉਣ। ਅਸੀਂ ਅਗਲੀ ਵਾਰ ਫੇਰ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਲਈ ਮੈਨੂੰ ਰੂਪ ਨੂੰ ਦਿਓ ਇਜਾਜ਼ਤ। ਧੰਨਵਾਦ। ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ।